ਅੱਜ ਸਾਡੇ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਰਦਾਰ ਬਰਿੰਦਰ ਸਿੰਘ ਜੀ ਢਿੱਲੋਂ ਮੌਜੂਦ ਨੇ। ਸੋ ਇਹਨਾਂ ਨਾਲ ਅਸੀਂ ਪੰਜਾਬ ਦੇ ਦੇਸ਼ ਦੇ ਕਿਸਾਨੀ ਮਸਲਿਆਂ ਤੋਂ ਇਲਾਵਾ ਯੂਥ ਕਾਂਗਰਸ ਲਈ ਜੋ ਵੀ ਇਹਨਾਂ ਦੇ ਪ੍ਰੋਗਰਾਮ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਨੇ ਪ੍ਰੋਗਰਾਮ ਉਲੀਕੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਸੋ ਹਾਂਜੀ ਢਿੱਲੋਂ ਸਾਹਿਬ, ਤੁਹਾਡਾ ਜੀ ਵੈਲਕਮ ਤੇ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਜੋ ਅੱਜ ਦਾ ਮੇਨ ਮੁੱਖ ਕਿਸਾਨੀ ਮਸਲਾ ਚੱਲ ਰਿਹਾ ਹੈ ਉਸ ਦੇ ਬਾਰੇ ਦੇ ਵਿੱਚ ਯੂਥ ਕਾਂਗਰਸ ਕਿਸ ਤਰ੍ਹਾਂ ਸੋਚਦੀ ਹੈ ਜਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੀ ਸਪੋਰਟ ਕਰਦੇ ਹੋ ਜਾਂ ਕਿਸ ਤਰ੍ਹਾਂ? ਦੇਖੋ, ਇਹ ਯੂਥ ਕਾਂਗਰਸ ਤੋਂ ਉੱਪਰ ਉੱਠ ਕੇ ਚੀਜ਼ਾਂ ਵਾ। ਇਹ ਸਾਡੀ ਹੋਂਦ ਦੀ ਲੜਾਈ ਆ, ਸਾਡੇ ਮਿੱਟੀ ਦੀ ਲੜਾਈ ਆ, ਸਾਡੀ ਜ਼ਮੀਨਾਂ ਦੀ ਲੜਾਈ ਆ, ਸਾਡੀ ਪੰਜਾਬ ਤੋਂ ਉੱਪਰ ਉੱਠ ਕੇ ਸਾਡੀ ਉਹ ਪੁਰਖਾਂ ਦੀ ਲੜਾਈ ਆ ਜਿਹੜੀ ਲੰਮੇ ਸਮੇਂ ਤੋਂ, ਜਿਹਦੇ ਵਿੱਚ ਹਮੇਸ਼ਾ ਅਸੀਂ ਇਹ ਕਹਿ ਸਕਦੇ ਸੀ ਕਿ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ। ਔਰ ਅੱਜ ਪੰਜਾਬ ਦਾ ਜਾਗਰੂਕ ਕਿਸਾਨ ਜਦੋਂ ਉੱਠਿਆ ਵਾ ਤੇ ਪਾਰਟੀ ਲਾਈਨਸ ਤੋਂ ਉੱਪਰ ਉੱਠ ਕੇ, ਔਰ ਉਸ ਤੋਂ ਪਹਿਲਾਂ ਅਗਰ ਤੁਸੀਂ ਦੇਖੋਗੇ ਅੱਜ ਦਾ ਮੂਵਮੈਂਟ ਜਿਸ ਦਿਨ ਤੋਂ ਉੱਥੇ ਜਾ ਕੇ ਕਿਸਾਨ ਬੈਠੇ ਆ, ਪੰਜਾਬ ਯੂਥ ਕਾਂਗਰਸ, ਪੰਜਾਬ ਦੇ ਸਾਰੇ ਕੱਦਵਰ ਲੀਡਰ, ਆ ਸਾਰਾ ਕੁਝ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ, ਲੋਕਾਂ ਨਾਲ ਗੱਲਬਾਤ ਕਰਨ ਦੇ ਵਿੱਚ ਔਰ ਇਸ ਮੁੱਦੇ ਨੂੰ ਆਪੋਜੀਸ਼ਨ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਰਹੇ ਸੀਗੇ। ਬਤੌਰ ਆਪੋਜੀਸ਼ਨ ਆਪਣਾ ਕਾਂਗਰਸ ਜਿਹੜੀ ਸੀ, ਜਦੋਂ ਰਾਹੁਲ ਜੀ ਵੀ ਆਏ ਸੀ, ਵੀ ਸਰਕਾਰ ਨੂੰ ਇਹ ਦੱਸਣ ਵਿੱਚ ਕਾਮਯਾਬ ਰਹੇ ਸੀ ਵੀ ਇਹ ਮੁੱਦਾ ਹੈਗਾ ਵਾ। ਉਦੋਂ ਸਰਕਾਰ ਮੰਨ ਨਹੀਂ ਰਹੀ ਸੀ, ਉਦੋਂ ਸਰਕਾਰ ਨੇ ਮੰਨਿਆ ਨਹੀਂ, ਭਾਵੇਂ ਇੰਡੀਆ ਗੇਟ ਦੇ ਉੱਤੇ ਟਰੈਕਟਰ ਵੀ ਫੂਕਿਆ ਗਿਆ, ਇਸੇ ਕਰਕੇ ਚੱਕਰ 'ਚ ਟਰੈਕਟਰ ਰੈਲੀਆਂ ਵੀ ਕੀਤੀਆਂ ਗਈਆਂ, ਧਰਨੇ ਦਿੱਲੀ ਵੀ ਮਾਰੇ ਗਏ, ਲੇਕਿਨ ਆਪੋਜੀਸ਼ਨ ਆਪਣਾ ਸਰਕਾਰ ਦੇ ਉੱਤੇ ਆਪੋਜੀਸ਼ਨ ਦੀ ਗੱਲ ਸੁਣਨ ਦਾ ਕੋਈ ਤੁਕ ਨਹੀਂ ਰਹਿ ਰਿਹਾ ਸੀ। ਹਾਰ ਕੇ ਜਦੋਂ ਆਪ ਮੁਹਾਰੇ ਲੋਕਾਂ ਨੇ ਵੇਖਿਆ ਵੀ ਜਦੋਂ ਵੀ ਹੁੰਦਾ ਇੱਕ ਇਲੈਕਟਡ ਬੰਦਿਆਂ ਦੀ ਗੱਲ ਨਹੀਂ ਸੁਣ ਰਹੇ, ਸਾਰਿਆਂ ਨੇ ਸੁਣ ਰਹੇ, ਫਿਰ ਲੋਕਾਂ ਨੇ ਲਾਮਬੰਦ ਹੋ ਕੇ ਇੱਕ ਬੜੇ ਵਧੀਆ ਤਰੀਕੇ ਨਾਲ ਜਾ ਕੇ ਉੱਥੇ ਲੋਕ ਮੂਵਮੈਂਟ ਦੇ ਤਹਿਤ ਧਰਨਾ ਮਾਰਤਾ, ਕਿਉਂਕਿ ਲੋਕਾਂ ਤੋਂ ਉੱਪਰ ਕੁਝ ਵੀ ਨਹੀਂ ਹੈ। ਔਰ ਉਹੀ ਚੀਜ਼ ਹੋਈ, ਔਰ ਉਹਦੇ ਕਰਕੇ ਤੁਸੀਂ ਵੇਖੋਗੇ ਵੀ ਇੱਕ ਜਿਹੜਾ ਅੱਜ ਮੋਦੀ ਸਰਕਾਰ ਦਾ ਤਖਤੋ ਤਾਜ ਹਿੱਲਿਆ ਪਿਆ ਵਾ, ਔਰ ਮੋਦੀ ਸਰਕਾਰ ਦੀਆਂ ਚੀਕਾਂ ਨਿਕਲੀਆਂ ਪਈਆਂ, ਕੰਬੀਆਂ ਛੁੱਟੀਆਂ ਪਈਆਂ ਵੀ ਇਹ ਕਿਵੇਂ। ਇਸ ਕਰਕੇ ਔਰ ਇਹਦੇ ਵਿੱਚ ਯੂਥ ਕਾਂਗਰਸ ਸਾਰਿਆਂ ਦਾ ਆਪਣਾ ਆਪਣਾ ਯੋਗਦਾਨ ਰਿਹਾ। ਸੋ ਜਿਹੜਾ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਲੈਤਾ ਇੱਕ ਵਾਰ ਇਹਨਾਂ ਤੇ ਬਿਨਾਂ ਕੇ ਰੋਕ ਲਾਈ ਹੈ, ਉਸ ਨੂੰ ਕਿਸ ਤਰ੍ਹਾਂ ਸੀ? ਦੇਖੋ, ਉਹ ਇੱਕ ਟੈਂਪਰਰੀ ਫੇਜ਼ ਆ, ਔਰ ਆਪਣਾ ਵੱਡੀ ਗੱਲ ਇਹ ਆ ਵੀ ਕਿਸਾਨ ਉਹਦੇ ਵਿੱਚ ਪਾਰਟੀ ਨਹੀਂ ਸੀਗੇ, ਉਹ ਤਾਂ ਸਰਕਾਰ ਔਰ ਸੁਪਰੀਮ ਕੋਰਟ ਦਾ ਹੀ ਮਸਲਾ ਸੀਗਾ, ਔਰ ਉਹਨਾਂ ਨੇ ਉੱਥੇ ਹੀ ਗੱਲ ਨਿਬੇੜ ਦਿੱਤੀ। ਸੋ ਇਹਦੇ ਵਿੱਚ ਲੋਕਾਂ ਦਾ ਬਹੁਤਾ ਵਿਸ਼ਵਾਸ ਨਹੀਂ ਆਇਆ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ, ਔਰ ਉਸ ਵਿਸ਼ਵਾਸ ਨੂੰ ਸੁਪਰੀਮ ਕੋਰਟ ਨੂੰ ਜ਼ਰੂਰ ਪੈਦਾ ਕਰਨਾ ਚਾਹੀਦਾ, ਔਰ ਜੋ ਕਿ ਇਸ ਜੱਜਮੈਂਟ ਦੇ ਵਿੱਚ ਵੇਖ ਨਹੀਂ ਰਿਹਾ, ਉਹ ਜਿਹੜਾ ਲੋਕਾਂ ਦਾ ਇੱਕ ਵਿਸ਼ਵਾਸ ਹੁੰਦਾ ਇਸ ਸੁਪਰੀਮ ਕੋਰਟ ਦੀ। ਸੋ ਜੋ ਕੱਲ੍ਹ ਦੀ ਕਿਸਾਨਾਂ ਜਥੇਬੰਦੀਆਂ ਦੀ ਸਰਕਾਰ ਦੇ ਨਾਲ ਮੀਟਿੰਗ ਹੈ ਵੀ ਕੀ ਉਸ ਵਿੱਚੋਂ ਤੁਹਾਨੂੰ ਲੱਗਦਾ ਵੀ ਕੋਈ ਸਿੱਟਾ ਨਿਕਲ ਸਕਦਾ ਹੈ? ਸੋ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਸਰਕਾਰ ਨਾਲ ਗੱਲ ਕਰਨ ਦਾ ਕੋਈ ਵੀ ਸਿੱਟਾ ਨਹੀਂ। ਅਸਲ ਵਿੱਚ ਜਦ ਤੱਕ ਇਹ ਸਰਕਾਰ ਬਦਲੀ ਨਹੀਂ ਜਾਊਗੀ, ਜਿਹਨੂੰ ਕਿ ਹਾਲੇ ਸਮਾਂ ਪਿਆ ਵਾ, ਇਹ ਕਿਸਾਨਾਂ ਪੱਖੀ ਸਰਕਾਰ ਨਹੀਂ ਹੋ ਸਕਦੀ। ਜੋ ਵੀ ਇਹ ਸਮਾਧਾਨ ਕੱਢਦੀ ਪਈ ਆ, ਟੈਂਪਰਰੀ ਕੱਢਦੀ ਪਈ ਆ, ਜਿਸ ਦਿਨ ਉੱਥੋਂ ਕਿਸਾਨ ਉੱਠ ਖੜੇ ਨੇ, ਇਹਨਾਂ ਨੇ ਪਤਾ ਨਹੀਂ ਫਿਰ ਕੋਈ ਨਵੇਂ ਕਾਨੂੰਨ ਲੈ ਆਣੇ ਆ। ਇਹ ਸ਼ਾਹੂਕਾਰਾਂ ਦੀ ਸਰਕਾਰ ਆ, ਬਿਜ਼ਨਸਮੈਨਾਂ ਦੀ ਸਰਕਾਰ ਆ, ਆਮ ਲੋਕਾਂ ਦੀ ਇਹ ਸਰਕਾਰ ਨਹੀਂ ਆ। ਉਹ ਵੀ ਕੁਝ ਚੰਦ 4-5 ਬਿਜ਼ਨਸਮੈਨਾਂ ਦੀ, ਆਮ ਸਾਰੇ ਬਿਜ਼ਨਸਮੈਨਾਂ ਦੀ ਸਰਕਾਰ ਹੋਵੇ ਤਾਂ ਵੀ ਕੋਈ ਹਰਜ ਨਹੀਂ, ਲੇਕਿਨ ਇਹ 4-5 ਲੋਕਾਂ ਨੂੰ ਹੀ ਰਜਾਣਾ ਚਾਹੁੰਦੇ ਆ, ਜੋ ਕਿ ਇਸ ਜਿਹਦਾ ਇਹ ਗੁਬਾਰ ਤੁਸੀਂ ਵੇਖੋਗੇ ਲੋਕੀ ਉੱਥੇ ਅੱਜ ਠੰਡ 'ਚ ਬੈਠੇ ਇਸ ਕਰਕੇ ਕਿਉਂਕਿ ਉਹਨਾਂ ਦੇ ਢਿੱਡ ਤੇ ਲੱਤ ਪੈ ਰਹੀ ਹੈ, ਔਰ ਜਦੋਂ ਢਿੱਡ ਤੇ ਲੱਤ ਪੈਂਦੀ ਆ ਇਹੋ ਜਿਹਾ ਜਨਸਲਾ ਉੱਠਦਾ ਹੀ ਉੱਠਦਾ। ਸੋ ਜੋ ਕਿਸਾਨ ਜਥੇਬੰਦੀਆਂ 26 ਤਰੀਕ ਦਾ ਟਰੈਕਟਰ ਮਾਰਚ ਦਾ ਪ੍ਰੋਗਰਾਮ ਦਿੱਤਾ ਗਿਆ ਵੀ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪੰਜਾਬ ਦੇ ਵਿੱਚੋਂ ਨੌਜਵਾਨ ਤੁਹਾਡੇ ਪਾਰਟੀ ਵੱਲੋਂ ਜਾਂ ਤੁਸੀਂ ਕਿਸ ਤਰ੍ਹਾਂ ਲਾਮਬੰਦ ਕਰਕੇ ਤੁਸੀਂ ਵੀ ਇਹਦੇ ਵਿੱਚ ਹਿੱਸਾ ਲਓਗੇ? ਜਾਂ ਅਸੀਂ ਤਾਂ ਅੱਜ ਰੋਜ਼ ਹਿੱਸਾ ਇਸ ਚੀਜ਼ ਦੇ ਵਿੱਚ ਲੈ ਰਹੇ ਹਾਂ, ਔਰ ਅੱਗੇ ਵੱਧ ਵੀ ਰਹੇ ਹਾਂ, ਔਰ ਇਹਨੂੰ ਕਰਾਂਗੇ ਵੀ, ਔਰ ਇਹਨੂੰ ਹੋਰ ਵੀ ਤਕੜਾ ਕਰਾਂਗੇ। ਲੇਕਿਨ ਇਹ ਜਿਹੜੀ ਪ੍ਰਧਾਨਗੀ ਆ, ਇਹ ਕਿਸਾਨ ਜਥੇਬੰਦੀਆਂ ਦੇ ਝੰਡਿਆਂ ਦੇ ਥੱਲੇ ਆ, ਔਰ ਉਹਨਾਂ ਦੀ ਜੋ ਡਾਇਰੈਕਸ਼ਨ ਆ ਉਹਨੂੰ ਇਨ ਸਪਿਰਿਟ ਟੋਟਲ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ। ਉਹਦੇ ਵਿੱਚ ਮੇਰਾ ਤੇਰਾ, ਅਕਾਲੀ ਦਲ, ਕਾਂਗਰਸ ਇਹ ਨਹੀਂ ਹੋਣਾ ਚਾਹੀਦਾ। ਇਨ ਟੋਟਲ ਸਪਿਰਿਟ ਦੇ ਵਿੱਚ ਇਹ ਕੋਈ ਕ੍ਰੈਡਿਟ ਦੀ ਲੜਾਈ ਨਹੀਂ ਹੋ ਰਹੀ ਉੱਥੇ, ਇਹ ਆਪਣੀ ਹੋਂਦ ਦੀ ਲੜਾਈ ਆ। ਰਾਜਨੀਤਿਕ ਲੜਾਈ 2022 'ਚ ਲੜਾਂਗੇ, ਉਹ ਹੋਰ ਵੀ ਮੁੱਦੇ ਹੋਣਗੇ, ਉਹਨਾਂ ਤੇ ਲੜੀ ਜਾਊਗੀ। ਲੇਕਿਨ ਅੱਜ ਦੇ ਸਮੇਂ 'ਚੋਂ ਜੋ ਜਥੇਬੰਦੀਆਂ ਦੀ ਡਾਇਰੈਕਸ਼ਨ ਆ, ਮੈਨੂੰ ਕੱਲ੍ਹ ਉਹਨਾਂ ਦੀ ਬੜੀ ਵਧੀਆ ਗੱਲ ਲੱਗੀ, ਜਿਵੇਂ ਉਹਨਾਂ ਨੇ ਕਿਹਾ ਵੀ ਕਿਉਂ ਮੁੰਡੇ ਗਾਡਰ ਲਾ ਰਹੇ ਅੱਗੇ, ਕਿਉਂ ਮੁੰਡੇ ਇਹਨੂੰ ਤਿਆਰ ਕਰ ਰਹੇ ਆ, ਵੀ ਆਪਾਂ ਕੋਈ ਲੜਾਈ ਨਹੀਂ ਲੜਨੀ ਆ, ਆਪਾਂ ਸ਼ਾਂਤਮਈ ਢੰਗ ਨਾਲ। ਸੋ ਸਾਡੀ ਅਪੀਲ ਸਭ ਤੋਂ ਪਹਿਲਾਂ ਇਹੀ ਰਹੂਗੀ ਵੀ ਅਗਰ ਆਪਾਂ ਸ਼ਾਂਤਮਈ ਢੰਗ ਨਾਲ ਇਹਨੂੰ ਚਲਾਈਏ, ਇੱਕ ਵੀ ਜਾਨ ਗਵਾਣੀ ਉਹ ਆਪਣੇ ਪੰਜਾਬ ਦੇ ਕਿਸੇ ਨੌਜਵਾਨ ਦੀ, ਭਾਵੇਂ ਕਿਸੇ ਦੀ,
ਉਹ ਬੜੀ ਦੁਖਦਾਇਕ ਗੱਲ ਹੁੰਦੀ ਆ। ਔਰ ਕੋਈ ਇਹੋ ਜਿਹਾ ਇਨਸੀਡੈਂਟ ਨਾ ਹੋਵੇ ਜਿਹਦੇ ਨਾਲ ਕੋਈ ਇਹੋ ਜਿਹੀ ਗੱਲ, ਸ਼ਾਂਤਮਈ ਢੰਗ ਦੇ ਕਾਰਨ ਹੀ ਅੱਜ ਇਹ ਧਰਨਾ ਇੱਥੇ ਤੱਕ ਪਹੁੰਚਿਆ। ਬੜੇ ਲੋਕਾਂ ਨੇ ਇਹਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ, ਬੜੇ ਲੋਕਾਂ ਨੇ ਬੜੀਆਂ ਸਿਆਸੀ ਚਾਲਾਂ ਵੀ ਚੱਲੀਆਂ, ਲੇਕਿਨ ਜਦ ਤੱਕ ਇਹ ਧਰਨਾ ਸ਼ਾਂਤਮਈ ਆ ਉਦ ਤੱਕ ਆਪਣੀ ਜਿੱਤ ਆ। ਔਰ ਇਹੀ ਸਾਡੀ ਅਪੀਲ ਰਹੂਗੀ ਨੌਜਵਾਨਾਂ ਨੂੰ ਵੀ, ਇਹਨਾਂ ਨੂੰ ਵੀ, ਬੇਸ਼ੱਕ ਸਾਰੇ ਜਾਣ, ਅਸੀਂ ਸਾਰਿਆਂ ਦੇ ਨਾਲ ਖੁਦ ਆਪ ਮੁਹਾਰੇ ਸਾਰਿਆਂ ਨੇ ਉੱਥੇ ਜਾਣਾ ਵਾ, ਲੇਕਿਨ ਸ਼ਾਂਤਮਈ ਤਰੀਕਾ ਇਹ ਸਭ ਤੋਂ ਇੰਪੋਰਟੈਂਟ ਆ। ਐਵੇਂ ਉੱਥੇ ਜਾ ਕੇ ਅਗਰ ਹੁੱਲੜਬਾਜੀ ਹੋਈ ਜਾਂ ਅਗਰ ਉੱਥੇ ਆਪਣਾ ਕੀ ਕਹਿੰਦੇ ਧੱਕੇਸ਼ਾਹੀ, ਉਹ ਭਾਵੇਂ ਉਹ ਕਿਸੇ ਦੀ ਇੰਨੀ ਜ਼ਰੂਰਤ ਨਹੀਂ ਆ ਸ਼ਾਂਤਮਈ ਤਰੀਕੇ ਦੇ ਉੱਤੇ ਕੋਈ ਵਾਅਦਾ ਕਰਦੇ, ਲੇਕਿਨ ਅਗਰ ਕਈ ਸ਼ਰਾਰਤੀ ਤੱਤ ਉਦੋਂ ਵਿੱਚ ਹੋਣਗੇ, ਉਹ ਕਈ ਕੁਛ ਕਰਾਉਣ ਦੀਆਂ ਕੋਸ਼ਿਸ਼ਾਂ ਕਰਨਗੇ, ਉਹਨਾਂ ਤੋਂ ਬਚਣਾ ਚਾਹੀਦਾ ਵਾ ਔਰ ਸ਼ਾਂਤਮਈ ਢੰਗ ਨਾਲ ਇਹ ਧਰਨੇ ਹੋਣੇ ਚਾਹੀਦੇ। ਜਿਸ ਤਰ੍ਹਾਂ ਕਿ ਕਈ ਭਾਜਪਾ ਆਗੂ ਵੀ ਦੋਸ਼ ਲਾ ਰਹੇ ਨੇ ਵੀ ਜਿਹੜੀ ਆਪਣਾ ਪੰਜਾਬ ਸਰਕਾਰ ਹੈ ਵੀ ਉਹਦੀ ਸ਼ਹਿ ਨਾਲ ਜਿਹੜੇ ਭਾਜਪਾ ਆਗੂਆਂ 'ਤੇ ਹਮਲੇ ਹੋ ਰਹੇ ਨੇ ਜਾਂ ਕਿਸ ਤਰ੍ਹਾਂ ਵੀ। ਬਾਕੀ ਮੁੱਖ ਮੰਤਰੀ ਸਾਹਿਬ ਨੇ ਵੀ ਇਸਦਾ ਰਾਜਪਾਲ ਸਾਹਿਬ ਨੂੰ ਕੋਈ ਮੈਸੇਜ ਦਿੱਤਾ ਸੀ ਕਿ ਯੂਥ ਕਾਂਗਰਸ ਵੀ ਇਸ ਤਰ੍ਹਾਂ ਦੀ ਇਹਨਾਂ ਦੇ ਕੋਈ ਪ੍ਰੋਗਰਾਮ ਨਹੀਂ। ਅਸੀਂ ਕੜੇ ਸ਼ਬਦਾਂ 'ਚ ਬੀਜੇਪੀ ਵਾਲਿਆਂ ਦੀ ਨਿੰਦਾ ਕਰਦੇ ਆ, ਸ਼ਬਦ ਨਿਕਲਣੇ ਚਾਹੀਦੇ, ਕਈ ਵਾਰ ਨਿਕਲ ਜਾਂਦੇ ਆ, ਵਾਹੀਆਤ ਗੱਲਾਂ ਕਰਦੇ ਆ। ਅਸੀਂ ਤਾਂ ਕੈਪਟਨ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਇਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਵੇ, ਜਿਵੇਂ ਰਾਹੁਲ ਗਾਂਧੀ ਨੂੰ ਹਥਰਸ ਨਹੀਂ ਜਾਣ ਦਿੰਦੇ, ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਸਾਰੀ ਲੀਡਰਸ਼ਿਪ ਨੂੰ ਬੰਦ ਕਰਤਾ। ਇਹ ਕੁਛ ਚੰਨ ਲੋਕ ਭੜਕਾਊ ਭਾਸ਼ਣ ਦੇਣ ਨਾਲੋਂ ਇਹਨਾਂ ਨੂੰ ਘਰਾਂ ਦੇ ਵਿੱਚ ਬਿਠਾ ਦਿੱਤਾ ਜਾਵੇ, ਸਿਕਿਉਰਿਟੀ ਵੀ ਬਚੂਗੀ, ਲੋਕਾਂ ਦਾ ਆਪਣਾ ਕੀ ਕਹਿੰਦੇ ਗੁੱਸਾ ਵੀ ਕੰਟਰੋਲ 'ਚ ਰਹੂਗਾ। ਇਹਨਾਂ ਨੂੰ ਜਦੋਂ ਵੇਖਦੇ ਆ ਲੋਕਾਂ ਦਾ ਗੁੱਸਾ ਅੰਦਰੋਂ ਉੱਭਰਦਾ, ਉਹ ਕਾਂਗਰਸੀ ਹੋਵੇ ਕਾਲੀ ਕੋਈ ਵੀ ਹੋਵੇ, ਲੋਕੀ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਇਹ ਜਾਣ ਕੇ ਉਹਨਾਂ ਦੇ ਆਪਣਾ ਜ਼ਖਮਾਂ ਦੇ ਉੱਤੇ ਨਮਕ ਛਿੜਕਦੇ ਆ। ਇਹ ਜਿਹੜੇ ਬਿਆਨਬਾਜ਼ੀਆਂ ਕਰਨੀਆਂ ਜਾਣ ਕੇ ਭੜਕਾਊ ਔਰ ਉੱਥੋਂ ਧਿਆਨ ਭਟਕਾਉਂਦੇ ਆ ਆਪਣੇ ਵੱਲ ਧਿਆਨ, ਇਹਨਾਂ ਨੂੰ ਨਜ਼ਰਬੰਦ ਕਰਨਾ ਚਾਹੀਦਾ ਔਰ ਇਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦੇਣਾ ਚਾਹੀਦਾ। ਸਾਡੀ ਅਪੀਲ ਆ, ਅੱਗੇ ਵੀ ਅਸੀਂ ਕਿਹਾ ਵਾ ਔਰ ਅਸੀਂ ਹਰ ਮੰਚ ਦੇ ਉੱਤੇ ਕਹਿੰਦੇ ਰਵਾਂਗੇ। ਔਰ ਜਦ ਤੱਕ ਇਹਨਾਂ ਨੂੰ ਨਜ਼ਰਬੰਦ ਨਾ ਕੀਤਾ ਗਿਆ ਕਰੇ, ਬਿਆਨਬਾਜ਼ੀਆਂ ਦੇਣ ਤੋਂ ਬੰਦ ਨਹੀਂ ਕਰਦੇ, ਤੇ ਫਿਰ ਅਸੀਂ ਕੈਪਟਨ ਸਾਹਿਬ ਦੇ ਅੱਗੇ ਜਾ ਕੇ ਉਹਨਾਂ ਨਾਲ ਸਾਰੀ ਲੀਡਰਸ਼ਿਪ ਨੂੰ ਇਹ ਰਿਕਵੈਸਟ ਕਰਾਂਗੇ ਵੀ ਇਸ ਚੀਜ਼ ਦਾ ਮਾਹੌਲ ਖਰਾਬ ਹੁੰਦਾ, ਇਹਨਾਂ ਨੂੰ ਨਜ਼ਰਬੰਦ ਛੇਤੀ ਤੋਂ ਛੇਤੀ ਕਰੋ। ਹਾਲੇ ਡੀਜੀਪੀ ਸਾਹਿਬ ਨੂੰ ਕਿਹਾ, ਅਗਰ ਡੀਜੀਪੀ ਸਾਹਿਬ ਤੋਂ ਨਹੀਂ ਸੁਣਵਾਈ ਹੋਊਗੀ ਤੇ ਫਿਰ ਅੱਗੇ ਕੈਪਟਨ ਸਾਹਿਬ ਨੂੰ ਵੀ ਕਰਾਂਗੇ। ਤੁਸੀਂ ਕੀ ਸਮਝਦੇ ਹੋ ਵੀ ਹੁਣ ਸਾਰੇ ਪੰਜਾਬ ਅੰਦਰ ਮਜ਼ਬੂਤੀ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਜਾਂ ਅੱਗੇ ਤੋਂ ਆਉਣ ਵਾਲੀਆਂ ਜੋ ਨਗਰ ਕੌਂਸਲ ਚੋਣਾਂ ਨੇ ਉਸ ਦੇ ਵਿੱਚ ਤੁਹਾਡੀ ਕੀ ਭੂਮਿਕਾ ਰਹੂਗੀ? ਸਭ ਤੋਂ ਵੱਧ ਤਾਂ ਨੌਜਵਾਨਾਂ ਨੂੰ ਟਿਕਟਾਂ ਦਿਵਾਉਣ ਦੀ ਸਾਡੀ ਕੋਸ਼ਿਸ਼ ਰਹੂਗੀ ਔਰ ਮੈਂ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੀ ਗੱਲ ਕਰਨਾ ਚਾਹੂੰਗਾ। ਇੱਥੇ ਤੁਸੀਂ ਵੇਖਿਆ ਸਾਡੇ ਨੌਜਵਾਨ ਯੂਥ ਕਾਂਗਰਸ ਦੇ ਪ੍ਰਧਾਨ ਜਸਪਿੰਦਰ ਚਹਿਲ ਜੀ ਬੜੇ ਮਿਹਨਤੀ ਔਰ ਅੰਥਕ ਵਰਕਰ ਹੈਗੇ ਆ ਔਰ ਬੜੀ ਪ੍ਰੇਰਨਾ ਨੌਜਵਾਨਾਂ ਨੂੰ ਦਿੰਦੇ ਆ ਔਰ ਬੜੇ ਮਜ਼ਬੂਤੀ ਨਾਲ ਇਸ ਤਗੜੇ ਤਰੀਕੇ ਨਾਲ ਇਸ ਜਥੇਬੰਦੀ ਨੂੰ ਇੱਥੇ ਚਲਾ ਰਹੇ ਆ ਔਰ ਇਹੀ ਪੰਜਾਬ ਦੇ ਵਿੱਚ ਵੀ ਯੂਥ ਕਾਂਗਰਸ ਨੂੰ ਆਪਣਾ ਢਾਂਚੇ ਤੌਰ ਦੇ ਉੱਤੇ ਬੜਾ ਤਗੜਾ ਕਰ ਰਹੇ ਆ। ਭਾਵੇਂ ਤੁਸੀਂ ਵੱਡੀ ਕਾਂਗਰਸ 'ਚ ਵੀ ਵੇਖੋਗੇ ਵੀ ਜਿਵੇਂ ਆਪਣਾ ਪ੍ਰਧਾਨ ਜੀ ਬਹੁਤ ਲੜਾਈ ਲੜਦੇ ਆ, ਇਹ ਵੀ ਜ਼ਮੀਨੀ ਪੱਧਰ ਤੇ ਪੂਰੀ ਮਤਲਬ ਵਰਕਰਾਂ ਦੀ ਸੁਣਵਾਈ ਕਰਾਉਣ ਵਾਸਤੇ ਕਈ ਵਾਰ ਅਸੀਂ ਵੇਖਿਆ ਵੀ ਮਤਲਬ ਜਿਹੜੇ ਜੋਸ਼ ਨਾਲ ਇਹ ਲੜਦੇ ਆ ਉਹ ਬੜਾ ਨੌਜਵਾਨਾਂ ਵਾਸਤੇ ਪ੍ਰੇਰਨਾ ਵਾ ਵੀ ਵਰਕਰਾਂ ਮਗਰ ਕਿਵੇਂ ਲੜਨਾ ਚਾਹੀਦਾ। ਲੇਕਿਨ ਨਾਲ ਨਾਲ ਮੈਂ ਇੱਕ ਗੱਲ ਇਹ ਵੀ ਵੇਖੀ ਇੱਥੇ, ਮੈਂ ਅੱਜ ਵੀ ਅਸੀਂ ਉਹ ਸ਼ਰਾਰਤੀ ਤੱਤ ਕਈ ਵਾਰ ਡਿਸਟਰਬ ਕਰਨ ਦੀ ਬੜੀ ਕੋਸ਼ਿਸ਼ ਕਰਦੇ ਆ। ਬੇਸ਼ੱਕ ਸਾਡੇ ਤੇ ਬੜੀ ਵੱਡੀ ਜ਼ਿੰਮੇਵਾਰੀ ਆ, ਸਰਕਾਰ ਵੀ ਆ ਨੁਮਾਇੰਦੇ ਹੋਣ ਦੇ ਤੌਰ ਤੇ, ਲੇਕਿਨ ਜਿਹੜੇ ਸ਼ਰਾਰਤੀ ਅਨਸਰ, ਮੈਨੂੰ ਪਤਾ ਚੱਲਿਆ ਵੀ ਇੱਥੇ ਆਪਣਾ ਕਹਿੰਦੇ ਇੱਕ ਕੈਪਟਨ ਸਾਹਿਬ ਨੇ ਗੈਂਗਸਟਰ ਦੇ ਅਗੇਂਸਟ ਆਪਣਾ ਕ੍ਰਿਮੀਨਲਸ ਦੇ ਅਗੇਂਸਟ ਬੜੀ ਵੱਡੀ ਮੁਹਿੰਮ ਚਲਾਈ ਸੀ ਵੀ ਆਪਾਂ ਗੈਂਗਸਟਰਿਜ਼ਮ ਪੰਜਾਬ 'ਚੋਂ ਖਤਮ ਕਰਨਾ। ਲੇਕਿਨ ਅਗਰ ਅੱਜ ਵੀ ਇੱਥੇ ਕੋਈ ਲੋਕ ਧਮਕੀਆਂ ਦੇਣਗੇ ਔਰ ਲੋਕੀ ਦਬਕੇ ਮਾਰਨਗੇ ਤੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਫਿਰ ਉਹਦੇ ਵਾਸਤੇ ਕੜੀ ਤੋਂ ਕੜੀ ਉਹਨਾਂ ਦੀ ਆਪਣਾ ਕੀ ਕਹਿੰਦੇ ਜੋ ਉਹਨਾਂ ਤੇ ਬਣਦੀ ਕਾਰਵਾਈ ਹੋਊਗੀ ਉਹ ਹੋਊਗੀ। ਔਰ ਅਗਰ ਕਿਸੇ ਦਾ ਕੋਈ ਵਹਿਮ ਭੁਲੇਖਾ ਹੋਵੇ ਵੀ ਕੋਈ ਅਸੀਂ ਯੂਥ ਬੇਸ਼ੱਕ ਰਾਜਨੀਤੀ 'ਚ ਸਾਡੇ ਆਪਣਾ ਕਹਿੰਦੇ ਸਾਥੀ ਆ, ਪਰ ਇਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਔਰ ਭਾਸ਼ਣਬਾਜ਼ੀ ਆ, ਫਿਰ ਤੁਸੀਂ ਉਹੀ ਬੀਜੇਪੀ ਵਾਲੇ ਕੰਮ ਕਰ ਰਹੇ ਹੋ ਜੋ ਕਿ ਆਪਣਾ ਕੀ ਕਹਿੰਦੇ ਭੜਕਾਊ ਭਾਸ਼ਣ ਦੇ ਕੇ ਤੁਸੀਂ ਨੌਜਵਾਨਾਂ ਨਾਲ ਇੱਕ ਉਹ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਇਸ ਕਰਕੇ ਪਾਰਟਿਕੂਲਰਲੀ ਕਹਿ ਰਿਹਾ ਕਿਉਂਕਿ ਮੈਨੂੰ ਇਹ ਖਬਰ ਆਈ ਸੀ ਵੀ ਕਿਸੇ ਨੇ ਇੱਥੇ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਆਪਣਾ ਕੀ ਕਹਿੰਦੇ ਗਲਤ ਸ਼ਬਦਾਂ ਦੇ ਵਿੱਚ ਆਪਣਾ ਕਹਿੰਦੇ ਧਮਕੀਆਂ ਦਿੱਤੀਆਂ ਸੀਗੀਆਂ। ਸੋ ਇਹੋ ਜਿਹੀ ਚੀਜ਼ਾਂ ਕੈਪਟਨ ਸਾਹਿਬ ਨਾਲ ਬਰਦਾਸ਼ਤ ਕਰਦੇ ਆ ਔਰ ਨਾ ਕਿਤੇ ਸਰਕਾਰ ਬਰਦਾਸ਼ਤ ਕਰਦੀ ਆ ਔਰ ਨਾ ਕਿਤੇ ਪੁਲਿਸ ਪ੍ਰਸ਼ਾਸਨ ਬਰਦਾਸ਼ਤ ਕਰੂਗਾ। ਉਹਨਾਂ ਦੀ ਕੜੇ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਵੀ ਕਰਦੇ ਹਾਂ ਔਰ ਉਹਨਾਂ ਤੇ ਬਣਦੀ ਕਾਰਵਾਈ ਵੀ ਕਰਾਂਗੇ। ਸੋ ਕਈ ਵਾਰੀ ਨਾ ਯੂਥ ਕਾਂਗਰਸ ਦੇ ਵਰਕਰਾਂ ਦੀਆਂ ਕੁਝ ਸ਼ਿਕਾਇਤਾਂ ਰਹਿੰਦੀਆਂ ਨੇ ਕਿ ਉਹਨਾਂ ਦੀ ਸਰਕਾਰੀ ਦਰਬਾਰ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਇਸ ਤਰ੍ਹਾਂ ਦਾ ਤੁਸੀਂ ਕੋਈ ਨਵਾਂ ਕੋਈ ਪ੍ਰੋਗਰਾਮ ਦੇਖ ਰਹੀ ਹੈ ਸਰਕਾਰ ਦੇ ਨੌਜਵਾਨਾਂ ਦੀ ਕੁਛ ਵਿੱਚ ਵੱਧ ਸਕੇ? ਦੇਖੋ ਅਸੀਂ ਨਵੇਂ ਪ੍ਰੋਗਰਾਮ ਬਹੁਤ ਉਡੀਕੀ ਚਾਹੀਦੇ ਆ ਔਰ ਇਹ ਇੱਕ ਬੜੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਰਹਿੰਦੀਆਂ, ਇਹ ਸ਼ਿਕਾਇਤਾਂ ਵੀ ਰਹਿੰਦੀਆਂ ਔਰ ਇਹਦੇ ਵਾਸਤੇ ਜ਼ਿੰਮੇਵਾਰ ਅਸੀਂ ਵਰਕਰਾਂ ਨੂੰ ਲੱਗਦੀ, ਇਹਦੇ ਵਾਸਤੇ ਜ਼ਿੰਮੇਵਾਰੀ ਅਸੀਂ ਆਪ ਲੈਂਦੇ ਆ
ਅਗਰ ਨਹੀਂ ਸੁਣਵਾਈ ਹੁੰਦੀ ਤੇ ਉਹ ਜ਼ਿੰਮੇਵਾਰੀ ਬਤੌਰ ਪ੍ਰਧਾਨ ਦੀ ਬਣਦੀ ਆ। ਸੋ ਕੈਪਟਨ ਸਾਹਿਬ ਨੂੰ ਅਸੀਂ ਕੋਸ਼ਿਸ਼ ਕਰਦੇ ਆ ਵੀ ਦਿਨ ਬ ਦਿਨ ਇਹ ਚੀਜ਼ਾਂ ਦੀ ਆਪਣਾ ਉਹਨਾਂ ਤੋਂ ਜਾਣੂ ਕਰਾਇਆ ਜਾਵੇ, ਸਰਕਾਰ ਦੇ ਮੰਤਰੀਆਂ ਨੂੰ ਜਾਣੂ ਕਰਾਇਆ ਜਾਵੇ, ਸਾਰੇ ਲੀਡਰ ਸਾਹਿਬਾਨਾਂ ਨੂੰ ਜਾਣੂ ਕਰਾਇਆ ਜਾਵੇ। ਲੇਕਿਨ ਫਿਰ ਵੀ ਅਗਰ ਕਮੀਆਂ ਕਿਤੇ ਰਹਿ ਜਾਂਦੀਆਂ ਤੇ ਉਹਨਾਂ ਨੂੰ ਸੋਚਿਆ ਜਾਊਗਾ। ਲੇਕਿਨ ਮੈਂ ਫਿਰ ਤੁਹਾਨੂੰ ਵਰਕਰਾਂ ਨੂੰ ਇਹ ਕਹਿ ਦਿੰਦਾ ਵੀ ਸਰਕਾਰੀ ਦਰਬਾਰਾਂ ਦੇ ਵਿੱਚ ਆਪਣਾ ਹੱਕ ਲੈਣਾ ਆਣਾ ਜਾਣਾ ਚਾਹੀਦਾ। ਅਗਰ ਕੋਈ ਅਫਸਰ ਗਲਤ ਕੰਮ ਕਰ ਰਿਹਾ ਤੇ ਤੁਸੀਂ ਉਹਨੂੰ ਜਾ ਕੇ ਟੋਕੋ, ਉਹਦੇ ਨਾਲ ਕਰੋ। ਅਕਸਰ ਉਦੋਂ ਪੰਗਾ ਪੈ ਜਾਂਦਾ ਵਾ ਜਦੋਂ ਆਪਾਂ ਅਫਸਰ ਤੋਂ ਦਬਣ ਦੀ ਕੋਈ ਲੋੜ ਨਹੀਂ ਹੈਗੀ। ਜੇ ਕੋਈ ਗਲਤ ਕੰਮ ਕਰਦਾ ਉਹਨੂੰ ਰੋਕਣਾ ਵੀ ਚਾਹੀਦਾ, ਉਹਨੂੰ ਠੋਕ ਕੇ ਉਹਦੇ ਨਾਲ ਜਵਾਬ ਵੀ ਦੇਣਾ ਚਾਹੀਦਾ। ਔਰ ਜਦੋਂ ਤੁਸੀਂ ਸਹੀ ਗੱਲ ਦੇ ਉੱਤੇ ਜਵਾਬ ਚੱਕੋਗੇ, ਪਾਰਟੀ ਵੀ ਤੁਹਾਡੇ ਮਗਰ ਖੜੂਗੀ, ਲੀਡਰ ਵੀ ਤੁਹਾਡੇ ਮਗਰ ਖੜਨਗੇ। ਲੇਕਿਨ ਆਪਾਂ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ, ਆਪਾਂ ਨੂੰ ਅਫਸਰਸ਼ਾਹੀ ਨਾਲ ਰਲ ਕੇ ਕੋਈ ਪੁੱਠਾ ਸਿੱਧਾ ਕੰਮ ਨਾ ਹੋਵੇ। ਉਹਦੇ ਤੇ ਵੀ ਆਪਣਾ ਮੇਨ ਫਰਜ਼ ਹੁੰਦਾ ਵਾ। ਅਗਰ ਅਫਸਰ ਕੋਈ ਕੰਮ ਨਹੀਂ ਕਰਦਾ ਉਹਦੀ ਬਦਲੀ ਕੀਤੀ ਜਾ ਸਕਦੀ ਆ, ਉਹਦੇ ਤੇ ਆਪਣਾ ਕਾਰਵਾਈ ਕੀਤੀ ਜਾ ਸਕਦੀ ਆ। ਔਰ ਇਹ ਮੇਰੇ ਹਿਸਾਬ ਨਾਲ ਇਹਦੇ ਵਿੱਚ ਜੋ ਹਲਕਾ ਇੰਚਾਰਜ ਆ ਜਾਂ ਜੋ MLA ਆ, ਉਹਨਾਂ ਦਾ ਬਹੁਤ ਭਾਰੀ ਰੋਲ ਰਹਿੰਦਾ ਵਾ। ਔਰ ਉਮੀਦ ਕਰਦੇ ਆ ਵੀ ਉਹ ਇਸ ਰੋਲ ਨੂੰ ਬਖੂਬੀ ਨਿਭਾਉਣਗੇ। ਸੋ ਇਹ ਸਨ ਬਰਿੰਦਰ ਸਿੰਘ ਜੀ ਢਿੱਲੋਂ, ਜੋ ਕਿ ਕਹਿ ਰਹੇ ਨੇ ਕਿ ਪੰਜਾਬ ਦਾ ਕਿਸਾਨੀ ਮਸਲਾ ਕਿਸੇ ਪਾਰਟੀ ਦਾ ਨਹੀਂ, ਸਗੋਂ ਸਮੁੱਚੀ ਕਿਸਾਨੀ ਦੀ ਹੋਂਦ ਨੂੰ ਬਚਾਉਣ ਦਾ ਮਸਲਾ ਹੈ, ਜਿਸ ਵਿੱਚ ਉਹਨਾਂ ਦੀ ਪਾਰਟੀ ਦੇ ਵਰਕਰ ਕਾਫੀ ਲੰਮੇ ਸਮੇਂ ਤੋਂ ਇਸ ਦੇ ਨਾਲ ਜੁੜੇ ਹੋਏ ਨੇ ਤੇ ਅੱਗੇ ਤੋਂ ਵੀ ਜੁੜੇ ਰਹਿਣਗੇ। ਅਤੇ ਜੋ ਕਿ ਇਹਨਾਂ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਜੋ ਕਿ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਸ ਦੇ ਮੱਦੇਨਜ਼ਰ ਜਿਸ ਤਰ੍ਹਾਂ ਕੇਂਦਰ ਸਰਕਾਰ ਦੂਜੇ ਰਾਜਾਂ ਦੇ ਵਿੱਚ ਵਿਰੋਧੀ ਧਿਰ ਦੇ ਆਗੂਆਂ ਨੂੰ ਨਜ਼ਰਬੰਦ ਕਰਦੀ ਹੈ, ਕੈਪਟਨ ਸਾਹਿਬ ਨੂੰ ਇਹਨਾਂ ਨੂੰ ਵੀ ਘਰਾਂ ਵਿੱਚ ਹੀ ਬਿਠਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਮਾਹੌਲ ਸਹੀ ਰਹਿ ਸਕੇ। ਸੋ ਕੈਮਰਾਮੈਨ ਇੰਦਰਜੀਤ ਸਿੰਘ ਟੋਨੀ ਦੇ ਨਾਲ ਮੈਂ ਸਵਰਨ ਸਿੰਘ ਰਾਹੀ, ਬੁਢਲਾਡਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।